ਸਭ ਤੋਂ ਪਹਿਲਾਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਨੇ ਆ ਕਿ ਜੋ ਇਸ ਤੋਂ ਪਹਿਲਾਂ ਜਿਹੜਾ ਲੈਕਚਰ ਦਿੱਤਾ ਸੀਗਾ ਕਾਰਟੇਸ਼ੀਅਨ ਪ੍ਰੋਡਕਟ ਉਹ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ। ਲੇਕਿਨ ਅੱਜ ਜਿਹੜਾ ਹੈ ਆਪਾਂ ਟੌਪਿਕ ਸਟਾਰਟ ਜਿਹੜਾ ਕਰਨਾ ਹੈ ਉਹ ਹੈਗਾ ਰਿਲੇਸ਼ਨਸ। ਵਾਟ ਇਜ਼ ਰਿਲੇਸ਼ਨ? ਤੇ ਰਿਲੇਸ਼ਨਸ ਆਪਾਂ ਸਟੱਡੀ ਕਰ ਰਹੇ ਹਾਂ ਇਨ ਮੈਥਮੈਟਿਕਸ। ਮੈਥਮੈਟਿਕਸ ਦੇ ਵਿੱਚ ਰਿਲੇਸ਼ਨਸ ਨੂੰ ਸਟੱਡੀ ਕਰਨ ਤੋਂ ਪਹਿਲਾਂ ਜੋ ਆਪਣੀ ਰੀਅਲ ਲਾਈਫ ਦੇ ਵਿੱਚ ਜੋ ਰਿਲੇਸ਼ਨਸ ਹੁੰਦੇ ਨੇ ਪਹਿਲਾਂ ਥੋੜਾ ਜਿਹਾ ਉਸ ਨੂੰ ਕਲੀਅਰ ਕਰ ਲਈਏ ਕਿ ਰਸਤੇ ਵਿੱਚ ਚੱਲਦਾ ਹੋਇਆ ਹਰ ਵਿਅਕਤੀ ਆਪਣਾ ਦੋਸਤ ਹੋ ਸਕਦਾ ਹੈ ਕਿ ਇੱਕ ਪਰਿਵਾਰ ਦੇ ਵਿੱਚ ਇੱਕ ਜਗ੍ਹਾ ਤੇ 10-12 ਪਰਸਨਸ ਇਕੱਠੇ ਹੈਗੇ ਨੇ ਕਿ ਉਹ ਆਪਣੇ ਸਾਰੇ ਦੇ ਸਾਰੇ ਬ੍ਰਦਰ ਸਿਸਟਰ ਹੋ ਸਕਦੇ ਨੇ। ਠੀਕ ਹੈ ਨਾ। ਆਪਾਂ ਕਿਸੇ ਦੇ ਵਿਆਹ ਤੇ ਜਾਂਦੇ ਆ, ਆਪਾਂ ਨੂੰ ਉੱਥੇ ਬਹੁਤ ਸਾਰੇ ਰਿਸ਼ਤੇਦਾਰ ਮਿਲਦੇ ਨੇ। ਕੋਈ ਮਾਮਾ ਹੁੰਦਾ, ਕੋਈ ਭਾਣਜਾ ਹੁੰਦਾ, ਕੋਈ ਮਾਮੀ ਹੁੰਦੀ ਹੈ, ਕੋਈ ਤਾਇਆ ਹੁੰਦਾ ਹੈ, ਕੋਈ ਚਾਚਾ ਹੁੰਦਾ ਹੈ, ਕੋਈ ਭਤੀਜਾ ਹੁੰਦਾ ਹੈ। ਠੀਕ ਹੈ ਨਾ। ਤਾਂ ਉਹ ਸਾਰੇ ਜਿਹੜੇ ਰਿਲੇਸ਼ਨਸ ਹੈਗੇ ਨੇ ਉਹ ਸਾਰੇ ਵੱਖਰੇ ਵੱਖਰੇ ਹੈਗੇ ਨੇ। ਤਾਂ ਉਹਨਾਂ ਵਿੱਚ ਇੱਕ ਚੀਜ਼ ਕਾਮਨ ਨਿਕਲ ਕੇ ਆਉਂਦੀ ਹੈ। ਉਹ ਕਾਮਨ ਚੀਜ਼ ਕੀ ਹੈ ਪਹਿਲਾਂ ਉਹਨੂੰ ਧਿਆਨ ਦੇ ਨਾਲ ਨੋਟ ਕਰਨਾ, ਕਿਉਂਕਿ ਜੋ ਰਿਲੇਸ਼ਨਸ ਆਪਣੀ ਰੀਅਲ ਲਾਈਫ ਦੇ ਵਿੱਚ ਹੁੰਦੇ ਨੇ ਤੇ ਜੋ ਰਿਲੇਸ਼ਨਸ ਦਾ ਟੌਪਿਕ ਆਪਾਂ ਮੈਥਮੈਟਿਕਸ ਵਿੱਚ ਪੜ੍ਹ ਰਹੇ ਹਾਂ ਦੋਨਾਂ ਦੇ ਵਿਚਕਾਰ ਕੋਈ ਡਿਫਰੈਂਸ ਨਹੀਂ ਹੈ, ਸੇਮ ਹੈਗਾ। ਲੇਕਿਨ ਇੱਥੇ ਸਿਰਫ ਗੱਲ ਇਹ ਹੈਗੀ ਹੈ ਕਿ ਮੈਥਮੈਟਿਕਸ ਦੇ ਵਿੱਚ ਆਪਣੇ ਕੋਲ ਨੰਬਰਸ ਹੋਣਗੇ, ਐਲਫਾਬੈਟਸ ਹੋਣਗੇ, ਆਬਜੈਕਟਸ ਹੋਣਗੇ, ਲੇਕਿਨ ਜੋ ਕੰਡੀਸ਼ਨ ਆਪਾਂ ਰੀਅਲ ਲਾਈਫ ਦੇ ਵਿੱਚ ਜੋ ਰਿਲੇਸ਼ਨਸ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੈਣ ਭਰਾ ਦਾ, ਦੋਸਤੀ ਦਾ, ਚਾਚੇ ਤਾਏ ਦਾ ਜੋ ਆਪਾਂ ਯੂਜ਼ ਕਰਨੇ ਹਾਂ ਉਹਨਾਂ ਦੇ ਪਿੱਛੇ ਜਿਹੜਾ ਇੱਕ ਰੀਜ਼ਨ ਹੈਗਾ, ਇੱਕ ਕੰਡੀਸ਼ਨ ਹੈਗੀ ਹੈ। ਉਸ ਕੰਡੀਸ਼ਨ ਨੂੰ ਪਹਿਲਾਂ ਥੋੜਾ ਜਿਹਾ ਸਮਝ ਲਓ। ਉਸ ਨਾਲ ਇਹ ਟੌਪਿਕ ਥੋੜਾ ਇੰਨਾ ਆਸਾਨ ਹੋ ਜਾਏਗਾ ਕਿ ਤੁਹਾਨੂੰ ਕਿਧਰੇ ਵੀ ਕੋਈ ਦਿੱਕਤ ਨਹੀਂ ਆਏਗੀ ਤੇ ਕਦੇ ਤੁਹਾਨੂੰ ਭੁੱਲੇਗਾ ਵੀ ਨਹੀਂ ਵੀ ਇੱਥੇ ਹੁਣ ਆਪਾਂ ਕੀ ਕਰੀਏ। ਇੱਕ ਛੋਟੀ ਜਿਹੀ ਐਗਜ਼ਾਮਪਲ, A ਅਤੇ B ਦੋ ਪਰਸਨ, ਇੱਕ ਮੇਲ ਇੱਕ ਫੀਮੇਲ, ਇੱਕ ਲੜਕਾ ਇੱਕ ਲੜਕੀ, ਦੋਨੋਂ ਭੈਣ ਭਰਾ ਹੈਗੇ ਨੇ। ਲੇਕਿਨ ਜੇ ਉਹ ਦੋਨੋਂ ਭੈਣ ਭਰਾ ਹੈਗੇ ਨੇ ਤਾਂ ਉਹਦੇ ਪਿੱਛੇ ਇੱਕ ਕੰਡੀਸ਼ਨ ਹੈਗੀ ਹੈ। ਜੇ ਉਹ ਕੰਡੀਸ਼ਨ ਪੂਰੀ ਹੁੰਦੀ ਹੈ ਤਾਂ ਹੀ ਉਹ ਭੈਣ ਭਰਾ ਹੋਣਗੇ, ਨਹੀਂ ਤਾਂ ਨਹੀਂ ਹੋਣਗੇ। ਹੁਣ ਉਹ ਭੈਣ ਭਰਾ ਉਦੋਂ ਹੀ ਹੋਣਗੇ ਜਦੋਂ ਉਹਨਾਂ ਦੇ ਮਾਤਾ ਪਿਤਾ, ਉਹਨਾਂ ਦੇ ਪੈਰੈਂਟਸ, ਉਹਨਾਂ ਦੇ ਮਾਪੇ ਸੇਮ ਹੈਗੇ ਨੇ, ਫਿਰ ਤਾਂ ਉਹ ਭੈਣ ਭਰਾ ਹੈਗੇ ਨੇ। ਅਦਰਵਾਈਜ਼ ਨਹੀਂ ਹੋਣਗੇ। ਫਿਰ ਤਾਂ ਕਜ਼ਨ ਹੋ ਸਕਦੇ ਨੇ, ਹਸਬੈਂਡ ਵਾਈਫ ਹੋ ਸਕਦੇ ਨੇ, ਕੋਈ ਵੀ ਰਿਲੇਸ਼ਨ ਉਹਨਾਂ ਵਿਚਕਾਰ ਹੋ ਸਕਦਾ ਹੈ। ਠੀਕ ਹੈ ਨਾ। ਤਾਂ ਕਹਿਣ ਦਾ ਮਤਲਬ ਜੋ ਵੀ ਆਪਾਂ ਕੋਈ ਰਿਲੇਸ਼ਨ ਲੈਂਦੇ ਹਾਂ ਆਪਣੀ ਰੀਅਲ ਲਾਈਫ ਦੇ ਵਿੱਚ ਉਸ ਦੇ ਪਿੱਛੇ ਇੱਕ ਕੰਡੀਸ਼ਨ ਹੈਗੀ ਹੈ। ਉਸ ਕੰਡੀਸ਼ਨ ਦੇ ਬੇਸ ਦੇ ਉੱਪਰ ਆਪਣੇ ਕੋਲ ਜੋ ਰੀਅਲ ਲਾਈਫ ਦੇ ਵਿੱਚ ਰਿਲੇਸ਼ਨ ਹੈਗਾ ਉਹ ਡਿਫਾਈਨ ਹੁੰਦਾ ਹੈ। ਉਸੇ ਤਰੀਕੇ ਨਾਲ ਜਦੋਂ ਹੁਣ ਇਹ ਆਪਾਂ ਟੌਪਿਕ ਸਟਾਰਟ ਕਰ ਰਹੇ ਹਾਂ ਉਸ ਦੇ ਵਿੱਚ ਵੀ ਜਿੰਨੇ ਵੀ ਆਪਾਂ ਰਿਲੇਸ਼ਨਸ ਸਟੱਡੀ ਕਰਾਂਗੇ, ਜਿੰਨੇ ਵੀ ਆਪਾਂ ਰਿਲੇਸ਼ਨਸ ਡਿਫਾਈਨ ਕਰਾਂਗੇ, ਜਿੰਨੇ ਵੀ ਰਿਲੇਸ਼ਨਸ ਆਪਾਂ ਐਸਟੈਬਲਿਸ਼ ਕਰਾਂਗੇ ਉਹਨਾਂ ਸਾਰਿਆਂ ਦੇ ਵਿਚਕਾਰ ਇੱਕ ਚੀਜ਼ ਕਾਮਨ ਹੋਏਗੀ, ਦੈਟ ਇਜ਼ ਕੰਡੀਸ਼ਨ। ਤੇ ਉਸ ਕੰਡੀਸ਼ਨ ਤੋਂ ਬਗੈਰ ਆਪਾਂ ਕਿਸੇ ਪ੍ਰਕਾਰ ਦਾ ਕੋਈ ਵੀ ਰਿਲੇਸ਼ਨ ਜਿਹੜਾ ਹੈਗਾ ਉਹ ਆਪਾਂ ਐਸਟੈਬਲਿਸ਼ ਨਹੀਂ ਕਰ ਪਾਵਾਂਗੇ। ਤਾਂ ਉਹਦੇ ਵਾਸਤੇ ਕੀ ਹੈ ਕਿ ਪਹਿਲਾਂ ਆਪਾਂ ਇੱਕ ਡੈਫੀਨੇਸ਼ਨ ਨਹੀਂ ਕਰਦੇ, ਪਹਿਲਾਂ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ। ਹੁਣ ਇੱਕ ਚੀਜ਼ ਹੋਰ ਹੈਗੀ ਹੈ ਕਿ ਜਿਹੜਾ ਆਪਾਂ ਇਸ ਤੋਂ ਪਹਿਲੇ ਵਾਲੇ ਟੌਪਿਕ ਦੇ ਵਿੱਚ ਜਿਹੜਾ ਮੈਂ ਟਿਊਟੋਰੀਅਲ ਤੁਹਾਨੂੰ ਪਹਿਲਾਂ ਭੇਜਿਆ ਸੀਗਾ ਉੱਥੇ ਆਪਾਂ ਕਾਰਟੇਸ਼ੀਅਨ ਸਟੱਡੀ ਕੀਤਾ ਸੀਗਾ। ਹੁਣ ਉਸ ਕਾਰਟੇਸ਼ੀਅਨ ਦਾ ਆਪਣੇ ਕੋਲ ਇਸ ਟੌਪਿਕ ਦੇ ਵਿੱਚ ਕੀ ਸੰਬੰਧ ਹੈਗਾ, ਉਹ ਆਪਣੇ ਕੋਲ ਕਿਵੇਂ ਯੂਜ਼ ਹੋਏਗਾ, ਇਹ ਵੀ ਗੱਲ ਇੰਪੋਰਟੈਂਟ ਹੈਗੀ ਹੈ। ਠੀਕ ਹੈ ਨਾ। ਤਾਂ ਜੋ ਕਾਰਟੇਸ਼ੀਅਨ ਪ੍ਰੋਡਕਟ ਆਪਾਂ ਸਟੱਡੀ ਕੀਤਾ ਸੀਗਾ ਉਹ ਵੀ ਇੱਥੇ ਯੂਜ਼ ਹੋਏਗਾ ਤੇ ਉਸ ਨੂੰ ਯੂਜ਼ ਕਰਕੇ ਰਿਲੇਸ਼ਨ ਆਪਣੇ ਕੋਲ ਕਿਵੇਂ ਐਸਟੈਬਲਿਸ਼ ਹੋਏਗਾ ਉਹ ਵੀ ਆਪਾਂ ਇੱਥੇ ਡਿਸਕਸ ਕਰਾਂਗੇ।
ਤਾਂ ਉਹਦੇ ਵਾਸਤੇ ਕੀ ਹੈ ਕਿ ਸਭ ਤੋਂ ਪਹਿਲਾਂ ਮੈਂ ਤੁਹਾਡੀ ਬੁੱਕ ਦੇ ਵਿੱਚੋਂ ਹੀ ਤੁਸੀਂ ਦੇਖੋ ਇਹ ਤੁਹਾਡੇ ਬੁੱਕ ਦਾ ਜਿਹੜਾ ਚੈਪਟਰ ਹੈਗਾ ਰਿਲੇਸ਼ਨ ਪੇਜ ਨੰਬਰ ਹੈਗਾ ਮੇਰੇ ਕੋਲ 34 ਆਰਟੀਕਲ ਨੰਬਰ 2.3 ਇੱਥੇ ਆਪਣੇ ਕੋਲ ਇਹਨਾਂ ਨੇ ਡੈਫੀਨੇਸ਼ਨ ਦਿੱਤੀ ਹੋਈ ਹੈ। ਆਪਾਂ ਡੈਫੀਨੇਸ਼ਨ ਦੇ ਵਿੱਚ ਨਹੀਂ ਜਾਵਾਂਗੇ, ਪਹਿਲਾਂ ਕੰਸੈਪਟ ਨੂੰ ਸਮਝਣਾ ਹੈ। ਕੰਸੈਪਟ ਸਮਝ ਆ ਗਿਆ ਨਾ ਤਾਂ ਡੈਫੀਨੇਸ਼ਨ ਤਾਂ ਆਪਣੇ ਆਪ ਹੀ ਤੁਹਾਡੇ ਦਿਮਾਗ ਵਿੱਚ ਆ ਜਾਊਗੀ ਤੇ ਉਹ ਤੁਸੀਂ ਆਪਣੇ ਆਪ ਹੀ ਲਿਖ ਸਕਦੇ ਹੋ। ਜ਼ਰੂਰੀ ਨਹੀਂ ਹੁੰਦਾ ਕਿ ਜਿਵੇਂ ਡੈਫੀਨੇਸ਼ਨ ਇਹਨਾਂ ਦਿੱਤੀ ਹੋਈ ਉਵੇਂ ਆਪਾਂ ਰੱਟਾ ਲਾਣਾ ਹੈ, ਰੱਟਾ ਨਹੀਂ ਲਗਾਉਣਾ, ਅੰਡਰਸਟੈਂਡ ਕਰਨਾ ਹੈ, ਦੈਟ ਇਜ਼ ਵੈਰੀ ਇੰਪੋਰਟੈਂਟ। ਇੱਥੇ ਆਪਣੇ ਕੋਲ ਐਗਜ਼ਾਮਪਲ ਹੈਗੀ ਹੈ, ਦਿਸ ਇਜ਼ ਐਗਜ਼ਾਮਪਲ ਨੰਬਰ 7 ਇਨ ਯੂਅਰ NCERT ਬੁੱਕ ਤੇ ਇਸ ਐਗਜ਼ਾਮਪਲ ਨੂੰ ਹੀ ਆਪਾਂ ਫੋਲੋ ਕਰ ਰਹੇ ਹਾਂ। ਇਸ ਵਿੱਚ ਜਿਹੜਾ ਹੈ ਆਪਣੇ ਕੋਲ ਇਹ ਦੋ ਲਾਈਨਾਂ ਮੈਂ ਹਾਈਲਾਈਟ ਕੀਤੀਆਂ ਨੇ। ਲੈਟ A ਇਜ਼ ਇਕੁਅਲ ਟੂ ਆਪਾਂ ਨੂੰ ਸੈੱਟ ਦਿੱਤਾ ਹੋਇਆ ਹੈ ਜਿਸ ਦੇ ਐਲੀਮੈਂਟ ਹੈਗੇ ਨੇ 1 2 3 4 5 6। ਡਿਫਾਈਨ ਏ ਰਿਲੇਸ਼ਨ R ਫਰੋਮ A to A। A ਸੈੱਟ ਦੇ ਵਿੱਚੋਂ A ਸੈੱਟ ਦੇ ਵਿੱਚ ਜਿਹੜਾ ਰਿਲੇਸ਼ਨ ਹੈਗਾ ਉਹ ਆਪਾਂ ਡਿਫਾਈਨ ਕਰਨਾ ਹੈ ਐਂਡ that is defined as R is equal to XY। XY ਕੀ ਹੈਗੇ ਨੇ ਇੱਥੇ ਆਰਡਰ ਪੇਅਰਸ and Y is equal to such that Y is equal to X plus 1। ਇੱਥੇ ਧਿਆਨ ਦੇਣਾ Y is equal to X plus 1। What is this? This is the required condition on the basis we will establish this relation on the set A। ਜਿਹੜੀ ਆਪਣੇ ਕੋਲ ਇਕੁਏਸ਼ਨ ਹੈਗੀ ਹੈ ਨਾ y ਇਜ਼ ਇਕੁਅਲ ਟੂ x ਪਲਸ 1, ਇਸ ਬੇਸ ਦੇ ਉੱਪਰ ਆਪਣੇ ਕੋਲ A ਸੈੱਟ ਦੇ ਵਿੱਚ ਆਪਣੇ ਕੋਲ ਰਿਲੇਸ਼ਨ ਬਣੇਗਾ ਤੇ ਉਸ ਰਿਲੇਸ਼ਨ ਦੇ ਵਿੱਚ ਜਿੰਨੇ ਵੀ ਆਪਣੇ ਕੋਲ ਆਰਡਰ ਪੇਅਰਸ ਬਣਦੇ ਨੇ, ਜਿੰਨੇ ਵੀ ਆਪਣੇ ਕੋਲ ਜੋੜੇ ਬਣਦੇ ਨੇ ਉਹ ਸਾਰੇ ਆਪਾਂ ਨਿਕਾਲਾਂਗੇ। ਤਾਂ ਉਹਦੇ ਵਾਸਤੇ ਕੀ ਹੈ, ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਮਾਈ ਡੈਸਕਟਾਪ ਬੋਰਡ ਤੇ ਇਸ ਨੂੰ ਮੈਂ ਥੋੜਾ ਜਿਹਾ ਹੋਰ ਮਿਨੀਮਾਈਜ਼ ਕਰ ਦੇਣਾ। ਆਈ ਥਿੰਕ ਯੂ ਕੈਨ ਸੀ ਨਾਓ। ਓਕੇ, ਨਾਓ ਇਟ ਇਜ਼ ਵੈਰੀ ਕਲੀਅਰ ਐਂਡ ਯੂ ਕੈਨ ਸੀ A ਇਕੁਅਲ ਟੂ ਆਪਣੇ ਕੋਲ ਆ ਸੈੱਟ ਸੀਗਾ ਤੇ y ਇਜ਼ ਇਕੁਅਲ ਟੂ x plus 1 which is the required condition and on this basis of this condition ਆਪਾਂ ਕੀ ਕਰਾਂਗੇ, ਜਿਹੜਾ ਰਿਲੇਸ਼ਨ ਬਣਦਾ ਹੈ ਉਹ ਰਿਲੇਸ਼ਨ ਦੇ ਸਾਰੇ ਆਰਡਰ ਪੇਅਰਸ ਆਪਾਂ ਨਿਕਾਲਾਂਗੇ। ਤਾਂ ਸਭ ਤੋਂ ਪਹਿਲਾਂ ਜਿਹੜੀ ਆਪਾਂ ਕਾਰਟੇਸ਼ੀਅਨ ਪ੍ਰੋਡਕਟ ਪੜ੍ਹੀ ਸੀਗੀ ਉਹ ਕਾਰਟੇਸ਼ੀਅਨ ਪ੍ਰੋਡਕਟ ਨੂੰ ਆਪਾਂ ਯੂਜ਼ ਕਰੀਏ। ਆਪਾਂ ਕੀ ਕਰਾਂਗੇ, ਇੱਕ ਤਾਂ ਸੈੱਟ ਲੈ ਲਿਆ ਇਹ ਵਾਲਾ, ਦੂਸਰਾ ਸੈੱਟ ਹੋ ਗਿਆ ਆਪਣੇ ਕੋਲ ਆ ਵਾਲਾ, ਇੱਕ ਸੈੱਟ ਹੋਰ ਲੈਣੇ ਹਾਂ ਆ ਹੋ ਗਿਆ, ਆਪਣੇ ਕੋਲ 3 ਸੈੱਟ ਆ ਗਏ। ਆ ਆਪਣੇ ਕੋਲ A ਸੈੱਟ ਹੈਗਾ ਤੇ ਆ ਵੀ ਆਪਣੇ ਕੋਲ A ਸੈੱਟ ਹੈਗਾ। A ਸੈੱਟ ਦੇ ਵਿੱਚ ਜਿਹੜੇ ਐਲੀਮੈਂਟ ਹੈਗੇ ਨੇ these are 1 2 3 4 5 6। ਜਿਹੜਾ ਦੂਸਰਾ ਹੈਗਾ ਇਹਦੇ ਵਿੱਚ ਵੀ ਉਹੀ ਐਲੀਮੈਂਟ ਆਣਗੇ ਆਪਣੇ ਕੋਲ 1 2 3 4 5 6। ਤੁਸੀਂ ਇਸ ਐਗਜ਼ਾਮਪਲ ਨੂੰ ਧਿਆਨ ਨਾਲ ਸਮਝਣਾ, ਸਾਰਾ ਕਨਸੈਪਟ ਜਿਹੜਾ ਹੈਗਾ ਇਨਕਲੂਡਿੰਗ ਡੈਫੀਨੇਸ਼ਨ ਇਸ ਐਗਜ਼ਾਮਪਲ ਤੋਂ ਕਲੀਅਰ ਹੋ ਜਾਣਗੀਆਂ ਤੇ ਜਿੰਨੇ ਵੀ ਤੁਸੀਂ ਕੁਐਸਚਨਸ ਕਰੋਗੇ ਸਾਰਿਆਂ ਦੇ ਵਿੱਚ ਆਹੀ ਰੂਲ ਹੀ ਚੱਲੇਗਾ। ਸੈੱਟ ਬਦਲ ਜਾਏਗਾ, ਕੰਡੀਸ਼ਨਾਂ ਬਦਲ ਜਾਣਗੀਆਂ, ਲੇਕਿਨ ਕੰਡੀਸ਼ਨ ਤੋਂ ਬਗੈਰ ਰਿਲੇਸ਼ਨ ਨਹੀਂ ਬਣੇਗਾ। ਇਸ ਚੀਜ਼ ਨੂੰ ਧਿਆਨ ਦੇ ਨਾਲ ਰੱਖਿਓ, ਨੋਟ ਕਰਕੇ ਰੱਖਣਾ ਇਸ ਪੁਆਇੰਟ ਨੂੰ ਤੇ ਇੱਕ ਚੀਜ਼ ਬੜੇ ਧਿਆਨ ਨਾਲ ਇਸ ਨੂੰ ਸੁਣਨਾ, ਠੀਕ ਹੈ ਨਾ। ਹੁਣ ਕੀ ਹੈ ਆਪਣੇ ਕੋਲ ਇੱਥੇ A cross A, ਜਿਹੜਾ ਆਪਣੇ ਕੋਲ A cross A ਸੈੱਟ ਬਣਦਾ ਹੈ ਇਸ ਦੇ ਵਿੱਚ ਆਪਣੇ ਕੋਲ A cross A ਕੀ ਆਏਗਾ, ਆਪਣੇ ਕੋਲ ਕਾਰਟੇਸ਼ੀਅਨ ਪ੍ਰੋਡਕਟ ਆਫ A ਵਿਦ A, ਠੀਕ ਹੈ ਨਾ। ਤੇ ਕਾਰਟੇਸ਼ੀਅਨ ਪ੍ਰੋਡਕਟ ਆਪਾਂ ਕੱਲ ਇਸ ਤੋਂ ਪਹਿਲੇ ਵਾਲੇ ਲੈਕਚਰ ਵਿੱਚ ਆਪਾਂ ਸਟੱਡੀ ਕੀਤਾ ਸੀਗਾ। 1 1 ਹੋ ਜਾਏਗਾ, 1 2 ਹੋ ਜਾਏਗਾ, 1 3 ਹੋ ਜਾਏਗਾ, 1 4 ਹੋ ਜਾਏਗਾ, ਠੀਕ ਹੈ ਨਾ, 1 5 ਹੋ ਜਾਏਗਾ, 1 6 ਹੋ ਜਾਏਗਾ। ਇਹ ਸੈੱਟ ਦੇ ਵਿੱਚ ਜਿੰਨੇ ਐਲੀਮੈਂਟ ਹੈਗੇ ਨੇ ਉਹਨਾਂ ਦੇ ਜਿੰਨੇ ਪੋਸੀਬਲ ਆਰਡਰ ਪੇਅਰ ਬਣਦੇ ਨੇ ਦੂਸਰੇ A ਸੈੱਟ ਦੇ ਨਾਲ ਉਹ ਸਾਰੇ ਆਪਾਂ ਲੈਣੇ ਨੇ। ਤਾਂ ਪਹਿਲਾਂ ਆਪਾਂ 1 ਤੋਂ ਸਟਾਰਟ ਕੀਤਾ, ਤਾਂ 1 ਤੋਂ ਸਟਾਰਟ ਕਰੀਏ ਤਾਂ ਆਪਾਂ ਨੂੰ ਕਿਹੜਾ ਆਏਗਾ 1 1 1 2 1 3 1 4 1 5
1 6, ਫਿਰ ਤੁਸੀਂ 2 ਲੋਗੇ, ਫਿਰ ਆ 2 ਐਲੀਮੈਂਟ ਆ ਜਾਏਗਾ। 2 ਦਾ ਵੀ ਸਾਰਿਆਂ ਦੇ ਨਾਲ ਜੋ ਰੈਸ਼ਨ ਬਣਦਾ ਹੈ, ਜੋ ਆਰਡਰ ਪੇਅਰਸ ਬਣਦੇ ਨੇ, ਉਹ ਆਪਾਂ ਲਵਾਂਗੇ, ਹੈ ਨਾ। ਤੇ ਆ ਜਾਊਗਾ ਆਪਣਾ 2 1 2 2 2 3 2 4। ਐਵੇਂ ਤੁਸੀਂ ਫਿਰ 3 ਲੋਗੇ, 4 ਲੋਗੇ, 5 ਲੋਗੇ, 6 ਲੋਗੇ, ਤਾਂ ਐਵੇਂ ਆਪਣੇ ਕੋਲ ਇਹ ਸਾਰਾ ਕੁਝ ਚੱਲਦਾ ਰਹੇਗਾ। ਮੈਂ ਸਾਰੇ ਇੱਥੇ ਨੋਟ ਨਹੀਂ ਕਰੂੰਗਾ, ਠੀਕ ਹੈ ਨਾ, ਨਹੀਂ ਤਾਂ ਟਾਈਮ ਬਹੁਤ ਜ਼ਿਆਦਾ ਲੱਗ ਜਾਊਗਾ। ਐਵੇਂ ਚਲਦੇ ਚਲਦੇ ਕੀ ਹੈ ਕਿ ਜਦੋਂ ਆਪਾਂ ਲਾਸਟ ਐਲੀਮੈਂਟ ਲੈਣੇ ਆ, ਠੀਕ, ਬਾਕੀ ਦੇ ਤੁਸੀਂ ਆਪਣੇ ਆਪ ਨੋਟ ਕਰਨਾ ਸਾਰੇ ਕੁਝ ਕੰਮ ਤੁਹਾਨੂੰ ਆਪ ਨੂੰ ਵੀ ਕਰਨੇ ਚਾਹੀਦੇ ਨੇ। 6 1 ਆ ਜਾਏਗਾ, 6 2 ਆ ਜਾਏਗਾ, 6 3 ਆ ਜਾਏਗਾ, 6 4 ਆ ਜਾਏਗਾ, 6 5 6 6। ਤਾਂ ਇਹ ਸਾਰੇ ਆਰਡਰ ਪੇਅਰਸ ਆਪਣੇ ਕੋਲ ਆਣਗੇ। ਲਾਸਟ ਦੇ ਵਿੱਚ ਕਿਹੜੇ ਹੋਣਗੇ? 6 1 6 2 6 3 6 4 6 5 6 6। This is the Cartesian product of A to A, ठीक है ना। ਇਹ ਕਾਰਟੇਸ਼ੀਅਨ ਪ੍ਰੋਡਕਟ ਬਣ ਗਈ ਆਪਣੇ ਕੋਲ। ਹੁਣ ਕੀ ਹੈ ਇੱਥੇ ਆਪਣੇ ਕੋਲ, ਇਸ ਤੋਂ ਬਾਅਦ ਜਿਹੜੀ ਆਪਾਂ ਨੂੰ ਇੱਥੇ ਕੰਡੀਸ਼ਨ ਦਿੱਤੀ ਹੋਈ ਹੈ, y is equal to, ਇਸ ਇਕੁਏਸ਼ਨ ਦਾ ਹੁਣ ਆਪਾਂ ਯੂਜ਼ ਕਰਾਂਗੇ। y is equal to x plus 1। ਜਿਹੜੀ ਆ ਇਕੁਏਸ਼ਨ ਹੈਗੀ ਹੈ, ਇਹਨਾਂ ਦੇ ਵਿੱਚੋਂ ਜਿਹੜੀ ਕਾਰਟੇਸ਼ੀਅਨ ਪ੍ਰੋਡਕਟ ਆਈ ਹੈ, ਇਹਨਾਂ ਦੇ ਵਿੱਚੋਂ ਕਿਹੜੇ ਆਰਡਰ ਪੇਅਰ ਹੈਗੇ ਨੇ ਜਿਹੜੇ ਕਿ ਇਸ ਕੰਡੀਸ਼ਨ ਨੂੰ ਸੈਟੀਸਫਾਈ ਕਰਦੇ ਨੇ। ਦੇਖੋ, ਜੇ ਤੁਸੀਂ x equal to 1 ਲੈਂਦੇ ਹੋ, y equal to ਕਿੰਨਾ ਬਣੇਗਾ? 2 ਬਣੇਗਾ। ਆਰਡਰ ਕੀ ਬਣ ਗਿਆ? ਆਰਡਰ ਪੇਅਰ ਕਿੰਨਾ ਆਏਗਾ? 1 2। ਐਵੇਂ ਤੁਸੀਂ x equal to 2 ਲੋਗੇ, y equal to ਕਿੰਨਾ ਬਣੇਗਾ? 3। ਤੁਹਾਡੇ ਕੋਲ ਕੀ ਬਣ ਜਾਏਗਾ? 2 3, ਠੀਕ ਹੈ ਨਾ। ਫਿਰ ਕੀ ਆਏਗਾ ਤੁਹਾਡੇ ਕੋਲ? x is equal to 3 ਲੋਗੇ ਤਾਂ y equal to ਕਿੰਨਾ ਆ ਜਾਏਗਾ? 4 ਆਏਗਾ। ਆਰਡਰ ਪੇਅਰ ਕੀ ਬਣੇਗਾ? 3 4। ਓਕੇ, ਤਾਂ ਇਸ ਤਰ੍ਹਾਂ ਤੁਹਾਡੇ ਕੋਲ ਚੱਲਦਾ ਰਹੇਗਾ। ਹੁਣ ਕੀ ਹੈ ਕਿ ਮੈਂ ਇਸ ਨੂੰ ਹਾਈਲਾਈਟ ਕਰਨਾ, ਠੀਕ ਹੈ। ਇੱਥੇ ਦੇਖੋ, ਹੁਣ ਆ ਮੈਂ ਇੱਕ ਬਾਕਸ ਲੈ ਲਿਆ ਇੱਥੇ, ਠੀਕ। ਤੇ ਆ ਜਿਹੜਾ ਬਾਕਸ ਹੈਗਾ ਉਹ ਆਪਣੇ ਕੋਲ ਬਾਕਸ ਹੈਗਾ ਆਰ ਦਾ। ਆਰ ਇਜ਼ ਇਕੁਅਲ ਟੂ 1 2 ਆਇਆ ਤੁਹਾਡੇ ਕੋਲ, ਫਿਰ 2 3 ਆਇਆ, 3 4 ਆਇਆ। ਇਸ ਦਾ ਕੀ ਮਤਲਬ ਹੋਇਆ? 1 ਪੁੱਟ ਕੀਤਾ ਤਾਂ 2 ਬਣਿਆ, 2 ਪੁੱਟ ਕੀਤਾ 3 ਬਣਿਆ, 3 ਪੁੱਟ ਕੀਤਾ 4 ਬਣਿਆ, 5 ਲੋਗੇ 4 ਲੋਗੇ ਤਾਂ 5 ਆਏਗਾ, 5 ਲੋਗੇ ਤਾਂ 6 ਆਏਗਾ। ਤੇ ਜੇ 6 ਲੈਣੇ ਆ, x is equal to 6, ਤਾਂ y equal to ਕਿੰਨਾ ਆਏਗਾ? 7। ਤੇ ਜਿਹੜਾ ਆ 7 ਹੈਗਾ ਉਹ ਵੈਲਿਊ ਆਪਣੇ ਕੋਲ ਜਿਹੜਾ ਆ ਸੈੱਟ ਹੈਗਾ ਇਹਦੇ ਵਿੱਚ ਐਗਜ਼ਿਸਟ ਨਹੀਂ ਕਰਦਾ। ਓਕੇ, ਆਈ ਬਾਤ ਸਮਝ ਮੇ? ਜਦੋਂ x equal to 6 ਹੈਗਾ ਤਾਂ y equal to 7 ਨਹੀਂ ਬਣਦਾ। ਉਹ ਜਿਹੜਾ ਐਲੀਮੈਂਟ ਹੈਗਾ ਉਹ A ਦੇ ਵਿੱਚ ਹੈ ਹੀ ਨਹੀਂ, ਤਾਂ ਉਸ ਨੂੰ ਆਪਾਂ ਲੈ ਹੀ ਨਹੀਂ ਸਕਦੇ। ਉਹ ਆਰਡਰ ਪੇਅਰ ਹੀ ਨਹੀਂ ਆਏਗਾ ਆਪਣੇ ਕੋਲ, ਠੀਕ ਹੈ ਨਾ। ਜਿਹੜੀ ਕਾਰਟੇਸ਼ੀਅਨ ਪ੍ਰੋਡਕਟ ਹੈਗੀ ਹੈ ਨਾ, ਇਸ ਕਾਰਟੇਸ਼ੀਅਨ ਪ੍ਰੋਡਕਟ ਦੇ ਵਿੱਚ ਦੇਖੋ ਕਿਧਰੇ ਵੀ ਤੁਹਾਡੇ ਕੋਲ 6 7 ਇਸ ਦੇ ਵਿੱਚ ਆਏਗਾ ਹੀ ਨਹੀਂ। ਜੇ ਆਏਗਾ ਹੀ ਨਹੀਂ ਤਾਂ ਤੁਸੀਂ ਲੈ ਵੀ ਨਹੀਂ ਸਕਦੇ। ਆਈ ਬਾਤ ਸਮਝ ਮੇ? ਜੇ ਆਪਣੇ ਕੋਲ 6 7 ਆਰਡਰ ਪੇਅਰ ਇਸ ਕਾਰਟੇਸ਼ੀਅਨ ਪ੍ਰੋਡਕਟ ਦੇ ਵਿੱਚ ਹੈ ਹੀ ਨਹੀਂਗਾ, ਤਾਂ ਆ ਆਰਡਰ ਪੇਅਰ ਕੀ ਕਰੋਗੇ? ਤੁਸੀਂ ਨਹੀਂ ਲੈ ਸਕਦੇ। ਦਿਸ ਇਜ਼ ਦਾ ਮੇਨ ਇੰਪੋਰਟੈਂਟ ਥਿੰਗ ਜਿਹੜੀ ਕਿ ਤੁਹਾਨੂੰ ਸਮਝਣ ਦੀ ਲੋੜ ਹੈਗੀ ਹੈ। 1 ਦਾ ਕੰਮ ਖਤਮ ਹੋ ਗਿਆ। ਐਵੇਂ ਤੁਸੀਂ ਫਿਰ 2 ਲੋਗੇ, 1 ਪੁੱਟ ਕੀਤਾ 1 2 ਆ ਗਿਆ, 2 ਪੁੱਟ ਕੀਤਾ 2 3 ਬਣ ਗਿਆ, 3 ਪੁੱਟ ਕੀਤਾ 3 4 ਬਣ ਗਿਆ, 4 ਪੁੱਟ ਕੀਤਾ 4 5 ਆ ਗਿਆ, 5 ਪੁੱਟ ਕੀਤਾ 5 6 ਆ ਗਿਆ। ਓਕੇ, ਹੋਰ ਕੋਈ ਗੱਲਬਾਤ? ਕੋਈ ਰਸਤਾ ਹੈਗਾ ਹੋਰ ਕੋਈ? ਬਸ ਆ ਆਰ ਦੇ ਵਿੱਚ ਇੰਨੇ ਆਰਡਰ ਪੇਅਰ ਹੀ ਆਣਗੇ ਜਿਹੜੇ ਕਿ ਇਸ ਕੰਡੀਸ਼ਨ ਨੂੰ ਸੈਟੀਸਫਾਈ ਕਰਦੇ ਨੇ। ਸਿਰਫ ਆ ਐਲੀਮੈਂਟ ਹੈਗੇ ਨੇ ਤੁਹਾਡੇ ਕੋਲ, ਇਸ ਤੋਂ ਇਲਾਵਾ ਹੋਰ ਕੋਈ ਐਲੀਮੈਂਟ ਨਹੀਂ ਆਏਗਾ।
ਤੇ ਆ ਜਿਹੜਾ r ਜਿਹੜਾ ਤੁਹਾਡੇ ਕੋਲ ਬਣਿਆ ਹੈ r ਇਜ਼ ਇਕੁਅਲ ਟੂ ਮੈਂ ਇਹਦੇ ਵਿੱਚ ਲਿਖਣ ਲੱਗਿਆ ਹੁਣ 1 2 then we have 2 3 then we have 3 4 then we have 4 5 and 5 6 only these element are the element of relation ਸਿਰਫ ਇਹ ਜਿਹੜੇ ਆਰਡਰ ਪੇਅਰ ਆਉਂਦੇ ਨੇ ਇਹ ਆਪਣੇ ਕੋਲ ਰਿਲੇਸ਼ਨ ਬਣਨਗੇ ਔਨ ਦਾ ਬੇਸਿਸ ਆਫ ਦਿਸ ਕੰਡੀਸ਼ਨ ਜਿਹੜੀ y ਇਜ਼ ਇਕੁਅਲ ਟੂ x ਪਲੱਸ 1 ਜਿਹੜੀ ਤੁਹਾਨੂੰ ਕੰਡੀਸ਼ਨ ਦਿੱਤੀ ਹੋਈ ਸੀਗੀ ਇਸ ਕੰਡੀਸ਼ਨ ਦੇ ਵਿੱਚ ਇਸ ਕੰਡੀਸ਼ਨ ਦੇ ਬੇਸ ਦੇ ਉੱਪਰ ਆਪਣੇ ਕੋਲ ਸਿਰਫ ਆ ਆਰਡਰ ਪੇਅਰਸ ਐਗਜ਼ਿਸਟ ਕਰਦੇ ਨੇ ਸਿਰਫ ਇਹੀ ਆਰਡਰ ਪੇਅਰਸ r ਦੇ ਵਿੱਚ ਆਣਗੇ 1 ਦਾ ਰਿਲੇਸ਼ਨ 2 ਨਾਲ ਹੋਏਗਾ 2 ਦਾ 3 ਨਾਲ ਹੋਏਗਾ 3 ਦਾ 4 ਨਾਲ ਹੋਏਗਾ 4 ਦਾ 5 ਨਾਲ ਹੋਏਗਾ 5 ਦਾ 6 ਨਾਲ ਹੋਏਗਾ ਫੁੱਲ ਸਟਾਪ ਅੱਗੇ ਕੁਝ ਨਹੀਂ ਹੈ ਹੁਣ ਇੱਕ ਚੀਜ਼ ਹੋਰ ਧਿਆਨ ਨਾਲ ਦੇਖੋ ਉਹ ਕੀ ਹੈ ਜਿੰਨੇ ਵੀ r ਦੇ ਵਿੱਚ ਐਲੀਮੈਂਟ ਆਏ ਨੇ ਜਿੰਨੇ ਵੀ r ਦੇ ਵਿੱਚ ਆਰਡਰ ਪੇਅਰ ਆਏ ਨੇ ਇਹ ਸਾਰੇ ਆਰਡਰ ਪੇਅਰ ਜਿਹੜੀ ਆਪਾਂ ਕਾਰਟੇਸ਼ੀਅਨ ਪ੍ਰੋਡਕਟ ਲਿੱਤੀ ਸੀਗੀ a ਕ੍ਰੋਸ a ਉਹਦੇ ਵਿੱਚ ਆ ਰਹੇ ਨੇ ਐਗਜ਼ਿਸਟ ਕਰਦੇ ਨੇ ਆ 1 2 ਹੈਗਾ 1 2 ਇੱਥੇ ਵੀ ਹੈਗਾ 2 3 ਹੈਗਾ 2 3 ਵੀ ਇਹਦੇ ਵਿੱਚ ਆ ਰਿਹਾ 3 4 ਵੀ ਇਹਦੇ ਵਿੱਚ ਆਏਗਾ 4 5 ਵੀ ਆਏਗਾ 5 6 ਵੀ ਆਏਗਾ ਇਸ ਦਾ ਮਤਲਬ ਕੀ ਹੋਇਆ r is ਇਸ ਦਾ ਮਤਲਬ ਇਹ ਹੋਇਆ r is subset of a cross a ਜਿਹੜਾ r ਹੈਗਾ ਜਿਹੜਾ ਰਿਲੇਸ਼ਨ ਹੈਗਾ ਰਿਲੇਸ਼ਨ ਕੀ ਹੋਏਗਾ ਹਮੇਸ਼ਾ ਜੋ ਕਾਰਟੇਸ਼ੀਅਨ ਪ੍ਰੋਡਕਟ ਲੈਣੇ ਹਾਂ ਉਸ ਕਾਰਟੇਸ਼ੀਅਨ ਪ੍ਰੋਡਕਟ ਦਾ ਜੋ ਸਬਸੈਟ ਹੋਏਗਾ ਉਹ ਸਬਸੈਟ ਜਿਹੜਾ ਹੈਗਾ ਉਹ ਹਮੇਸ਼ਾ ਜੋ ਕੰਡੀਸ਼ਨ ਦਿੱਤੀ ਹੋਈ ਹੈ ਉਸ ਕੰਡੀਸ਼ਨ ਦੇ ਬੇਸ ਦੇ ਉੱਪਰ ਬਣੇਗਾ ਠੀਕ ਹੈ ਤੇ ਉਹੀ ਆਪਣੇ ਕੋਲ ਰਿਲੇਸ਼ਨ ਆਏਗਾ ਦਿਸ ਇਜ਼ ਰਿਲੇਸ਼ਨ ਓਕੇ ਹੁਣ ਆਪਾਂ ਸਟੱਡੀ ਕਰਨੀ ਆ ਡੈਫੀਨੇਸ਼ਨ ਦੀ ਕਿਉਂਕਿ ਇਹਦੇ ਵਿੱਚ ਕੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਰਿਲੇਸ਼ਨ ਦੇ ਪ੍ਰਤੀ ਸਾਰੀਆਂ ਕਲੀਅਰ ਹੋ ਗਈਆਂ ਕਿ ਰਿਲੇਸ਼ਨ ਤੁਸੀਂ ਫਾਈਂਡ ਆਊਟ ਕਰਨਾ ਕਿਵੇਂ ਹੈ ਸਭ ਤੋਂ ਪਹਿਲਾਂ ਕਾਰਟੇਸ਼ੀਅਨ ਪ੍ਰੋਡਕਟ ਲੈਣੀ ਹੈ ਜਿਵੇਂ ਆਪਾਂ ਇੱਥੇ ਲਿੱਤੀ ਸੀਗੀ ਉਸ ਤੋਂ ਬਾਅਦ ਜੋ ਕੰਡੀਸ਼ਨ ਤੋਂ ਲਿੱਤੀ ਹੋਈ ਹੈ ਉਸ ਕੰਡੀਸ਼ਨ ਦੇ ਬੇਸ ਦੇ ਉੱਪਰ ਤੁਹਾਡੇ ਕੋਲ ਕਿਹੜੇ ਆਰਡਰ ਪੇਅਰ ਆਉਂਦੇ ਨੇ ਜਿਵੇਂ ਕਿ ਇੱਥੇ ਆਪਾਂ r ਦੇ ਵਿੱਚ ਨਿਕਾਲੇ ਸੀਗੇ ਠੀਕ ਹੈ ਨਾ ਤਾਂ r ਦੇ ਵਿੱਚ ਜਿੰਨੇ ਵੀ ਤੁਹਾਡੇ ਕੋਲ ਪੋਸੀਬਲ ਆਰਡਰ ਪੇਅਰ ਬਣੇ ਸੀਗੇ ਉਹ ਸਾਰੇ ਤੁਹਾਡੇ ਕੋਲ ਕੀ ਹੋਣਗੇ a ਕ੍ਰੋਸ a ਜੋ ਤੁਹਾਡੇ ਕੋਲ ਕਾਰਟੇਸ਼ੀਅਨ ਪ੍ਰੋਡਕਟ ਹੈਗੀ ਹੈ ਉਸ ਦਾ ਸਬਸੈਟ ਠੀਕ ਹੈ ਤਾਂ ਕੰਡੀਸ਼ਨ ਵੀ ਆਪਣੇ ਕੋਲ ਸੈਟੀਸਫਾਈ ਹੋ ਗਈ ਤੇ ਉਸ ਕੰਡੀਸ਼ਨ ਦੇ ਬੇਸ ਦੇ ਉੱਪਰ ਆਪਣੇ ਕੋਲ ਜੋ ਰਿਲੇਸ਼ਨ ਸੀਗਾ ਉਹ ਰਿਲੇਸ਼ਨ ਵੀ ਆਪਣੇ ਕੋਲ ਆ ਗਿਆ ਹੁਣ ਆਪਾਂ ਸਟੱਡੀ ਕਰਨੇ ਹਾਂ ਡੈਫੀਨੇਸ਼ਨ ਦੇ ਵਿੱਚ ਆਪਾਂ ਹੁਣ ਜਾਣਦੇ ਹਾਂ ਤੇ ਮੈਂ ਗਰੰਟੀ ਨਾਲ ਕਹਿਣਾ ਕਿ ਤੁਹਾਨੂੰ ਹੁਣ ਡੈਫੀਨੇਸ਼ਨ ਜਿਵੇਂ ਹੀ ਤੁਸੀਂ ਪੜੋਗੇ ਉਹ ਡੈਫੀਨੇਸ਼ਨ ਤੁਹਾਨੂੰ ਕਲੀਅਰ ਹੋ ਜਾਏਗੀ ਡੈਫੀਨੇਸ਼ਨ ਹੈਗੀ ਹੈ ਭਾਈ ਆ ਤੁਹਾਡੀ ਡੈਫੀਨੇਸ਼ਨ ਰਹੀ ਡੈਫੀਨੇਸ਼ਨ ਨੰਬਰ 2 ਧਿਆਨ ਦਿਓ ਇੱਥੇ A relation R from a non empty set A to non empty set B A ਅਤੇ B ਦੋਨੋਂ ਹੀ ਆਪਣੇ ਕੋਲ ਕੀ ਹੈਗੇ ਨੇ ਨੋਨ ਐਮਪਟੀ ਸੈੱਟ ਹੈਗੇ ਨੇ ਸਬਸੈਟ ਆਫ ਦੇਖੋ ਧਿਆਨ ਨਾਲ ਸਬਸੈਟ ਆਫ ਕਾਰਟੇਸ਼ੀਅਨ ਪ੍ਰੋਡਕਟ A ਕ੍ਰੋਸ B ਜਿਹੜੀ ਆਪਣੇ ਕੋਲ A ਕ੍ਰੋਸ B ਕਾਰਟੇਸ਼ੀਅਨ ਪ੍ਰੋਡਕਟ ਬਣੇਗੀ ਉਸ ਦਾ ਕੀ ਹੋਏਗਾ ਸਬਸੈਟ ਹੋਏਗਾ R is subset of A cross B ਤੇ ਇਹੀ ਆਪਾਂ ਉੱਥੇ ਪ੍ਰੂਫ ਕੀਤਾ ਸੀਗਾ ਉਸ ਐਗਜ਼ਾਮਪਲ ਦੀ ਚਾਹੀ ਆਪਾਂ ਪੜਿਆ ਸੀਗਾ ਕਿ R ਜਿਹੜਾ ਹੈ ਜੋ ਰਿਲੇਸ਼ਨ ਹੋਏਗਾ ਉਹ ਹਮੇਸ਼ਾ ਕੀ ਹੋਏਗਾ ਕਾਰਟੇਸ਼ੀਅਨ ਪ੍ਰੋਡਕਟ ਦਾ ਸਬਸੈਟ ਹੋਏਗਾ The subset is derived by describing the relationship between first element and second element of the order pairs in A cross B ਠੀਕ ਹੈ ਨਾ ਤਾਂ ਜਿਹੜੀ ਆਪਾਂ ਕਾਰਟੇਸ਼ੀਅਨ ਪ੍ਰੋਡਕਟ ਲਿੱਤੀ ਸੀਗੀ
ਉਸ ਵਿੱਚ ਕੀ ਹੈ ਕਿ ਪਹਿਲੇ ਐਲੀਮੈਂਟ ਦਾ ਦੂਸਰੇ ਐਲੀਮੈਂਟ ਦੇ ਨਾਲ ਰਿਲੇਸ਼ਨ ਨੂੰ ਰਿਪਰੈਜ਼ੈਂਟ ਕਰਦਾ ਹੈ। ਠੀਕ ਹੈ ਨਾ। ਜੇ ਆਪਣੇ ਕੋਲ ਆ ਆਰਡਰ ਪੇਅਰ ਹੈਗਾ ਨਾ ਏ ਬੀ, ਜਿਹੜਾ ਆਰਡਰ ਪੇਅਰ ਆਪਣੇ ਕੋਲ ਬਣਦਾ ਹੈ ਤਾਂ ਫਸਟ ਐਲੀਮੈਂਟ ਦਾ ਰਿਲੇਸ਼ਨ ਦੂਸਰੇ ਐਲੀਮੈਂਟ ਦੇ ਨਾਲ ਹੋਏਗਾ। ਠੀਕ ਹੈ ਨਾ। ਜਿਵੇਂ ਇੱਥੇ ਆਪਣੇ ਕੋਲ ਹੈਗਾ ਆ 1 2 ਤੁਸੀਂ ਲੈਂਦੇ ਹੋ, ਤੇ ਜੇ 1 2 ਜਿਹੜਾ ਹੈਗਾ ਉਹ ਆਪਣੇ ਕੋਲ ਆਰ ਦੇ ਵਿੱਚ ਬਿਲੋਂਗ ਕਰਦਾ ਹੈ ਨਾ, ਬਿਲੋਂਗਸ ਟੂ ਆਰ। ਇਸ ਦਾ ਮਤਲਬ ਕੀ ਹੋਏਗਾ 1 ਇਜ਼ ਰਿਲੇਟਡ ਟੂ 2, 1 ਦਾ ਰਿਲੇਸ਼ਨ 2 ਦੇ ਨਾਲ ਬਣਦਾ ਹੈ। ਐਵੇਂ ਜੇ ਤੁਸੀਂ ਲੈਂਦੇ ਹੋ ਨਾ 2 3 ਇਹਦੇ ਵਿੱਚ ਆ ਰਿਹਾ, 2 3 ਬਿਲੋਂਗਸ ਟੂ ਆਰ, ਆ 2 3 ਆ ਗਿਆ, 2 3 ਆਪਣੇ ਕੋਲ ਆਰ ਦੇ ਵਿੱਚ ਬਿਲੋਂਗ ਕਰਦਾ ਹੈ। ਇਸ ਦਾ ਕੀ ਮਤਲਬ ਹੋਏਗਾ 2 ਇਜ਼ ਰਿਲੇਟਡ ਟੂ 3, 2 ਦਾ 3 ਦੇ ਨਾਲ ਰਿਲੇਸ਼ਨ ਹੈ। ਠੀਕ ਹੈ। 5 6 ਤੁਸੀਂ 5 6 ਲਿੱਤਾ, ਠੀਕ, 5 6 ਬਿਲੋਂਗਸ ਟੂ ਆਰ। ਇਸ ਦਾ ਮਤਲਬ ਕੀ ਹੋਏਗਾ 5 ਦਾ ਰਿਲੇਸ਼ਨ 6 ਦੇ ਨਾਲ ਹੈ, 5 ਇਜ਼ ਰਿਲੇਟਡ ਟੂ 6। ਹੁਣ ਆਰ ਦੇ ਵਿੱਚ ਜਿਹੜਾ ਹੈ ਆਪਣੇ ਕੋਲ 6 7 ਨਹੀਂ ਆਉਂਦਾ, 6 7 ਜਿਹੜਾ ਹੈ, ਸੋਰੀ ਦਿਸ ਇਜ਼ 6 7, 6 7 ਜਿਹੜਾ ਹੈ ਉਹ ਆਪਣੇ ਕੋਲ ਆਰ ਦੇ ਵਿੱਚ ਬਿਲੋਂਗ ਨਹੀਂ ਕਰਦਾ। ਇਸ ਦਾ ਮਤਲਬ ਕੀ ਹੋਏਗਾ 6 7 not related to 6 is not related with R, with related to 7, 6 ਦਾ 7 ਦੇ ਨਾਲ ਰਿਲੇਸ਼ਨ ਨਹੀਂ ਹੈ। ਉਹਦੇ ਵਾਸਤੇ ਆਪਾਂ ਕੀ ਕਰਾਂਗੇ R ਦੇ ਉੱਪਰ ਇੱਕ ਆਪਾਂ ਲਾਈਨ ਲਾ ਦਾਂਗੇ। ਇਸ ਦਾ ਮਤਲਬ ਕੀ ਹੈ 6 ਦਾ 7 ਦੇ ਨਾਲ ਰਿਲੇਸ਼ਨ ਨਹੀਂ ਹੈ। ਇਹ ਗੱਲ ਹੋ ਰਹੀ ਹੈ ਇੱਥੇ 2 ਦਾ ਰਿਲੇਸ਼ਨ 3 ਨਾਲ ਹੈਗਾ, 3 ਦਾ ਰਿਲੇਸ਼ਨ 2 ਦੇ ਨਾਲ ਨਹੀਂ ਹੈ। ਠੀਕ ਹੈ ਨਾ। ਹੁਣ ਜਿਵੇਂ ਕਿ ਏ ਬੀ ਦੀ ਮਦਰ ਹੈ ਤਾਂ ਬੀ ਏ ਦਾ ਮਦਰ ਨਹੀਂ ਹੋਏਗਾ ਨਾ, ਉਹੀ ਚੀਜ਼ ਤਾਂ ਇੱਥੇ ਆ ਰਹੀ ਹੈ ਆਪਣੇ ਕੋਲ। ਜੇ ਏ ਐਲੀਮੈਂਟ ਏ ਪਰਸਨ ਬੀ ਦੀ ਮਦਰ ਹੈ ਤਾਂ ਬੀ ਏ ਦੀ ਮਦਰ ਨਹੀਂ ਹੋ ਸਕਦੀ। ਇੱਥੇ ਵੀ ਤਾਂ ਹੈਗਾ 2 ਦਾ ਰਿਲੇਸ਼ਨ 3 ਨਾਲ ਹੈਗਾ, ਲੇਕਿਨ 3 ਦਾ ਰਿਲੇਸ਼ਨ 2 ਦੇ ਨਾਲ ਨਹੀਂ ਹੈ। ਠੀਕ ਹੈ ਨਾ। ਤਾਂ ਕੀ ਹੈ ਕਿ ਉਹੀ ਕੰਡੀਸ਼ਨਾਂ ਆ ਗਈਆਂ ਆਪਣੇ ਕੋਲ, ਕੰਡੀਸ਼ਨਸ ਦੇ ਬੇਸ ਦੇ ਉੱਪਰ ਆਪਣੇ ਕੋਲ ਰਿਲੇਸ਼ਨ ਬਣਦੇ ਨੇ ਜੋ ਰੀਅਲ ਲਾਈਫ ਦੇ ਵਿੱਚ ਹੈਗੇ ਨੇ। ਉਹੀ ਚੀਜ਼ ਆਪਣੇ ਕੋਲ ਇੱਥੇ ਇੰਪਲੀਮੈਂਟ ਹੁੰਦੀ ਹੈ, ਕੋਈ ਡਿਫਰੈਂਸ ਨਹੀਂ ਹੈ। ਠੀਕ ਹੈ ਨਾ। ਜੇ ਤੁਸੀਂ ਡਿਫਰੈਂਸ ਲੈ ਕੇ ਚਲੋਗੇ ਤਾਂ ਇਹ ਚੀਜ਼ਾਂ ਤੁਹਾਨੂੰ ਬਹੁਤ ਔਖੀਆਂ ਲੱਗਣਗੀਆਂ। ਜੇ ਡਿਫਰੈਂਸ ਲੈ ਕੇ ਨਹੀਂ ਚਲੋਗੇ, ਕੋਰਿਲੇਟ ਕਰਕੇ ਕਰੋਗੇ ਤਾਂ ਆਹੀ ਚੀਜ਼ਾਂ ਦੇ ਵਿੱਚ ਤੁਸੀਂ ਇੰਜੋਏ ਕਰੋਗੇ। ਓਕੇ, ਇਹ ਤਾਂ ਗੱਲ ਹੋ ਗਈ ਆਪਣੇ ਕੋਲ ਰਿਲੇਸ਼ਨ ਦੀ, ਹੈ ਨਾ। ਇਸ ਤੋਂ ਬਾਅਦ ਹੋਰ ਕੀ ਕਹਿੰਦਾ ਹੈ ਦਾ ਸੈਕੰਡ ਐਲੀਮੈਂਟ ਇਜ਼ ਕਾਲਡ ਇਮੇਜ ਆਫ ਦਾ ਫਸਟ ਐਲੀਮੈਂਟ। ਜਿਹੜਾ ਬੀ ਐਲੀਮੈਂਟ ਹੈਗਾ ਨਾ, ਬੀ ਐਲੀਮੈਂਟ ਇਹਦੀ ਇਮੇਜ ਬਣਦੀ ਹੈ। ਓਕੇ, ਇਸ ਨਾਲ ਕੀ ਹੈ ਕਿ ਆਪਣੇ ਕੋਲ ਡੈਫੀਨੇਸ਼ਨ ਦਿੱਤੀ ਹੋਈ ਹੈ। ਜੇ ਆਪਾਂ ਇਹਨੂੰ ਆਪਾਂ ਡਿਫਾਈਨ ਕਰੀਏ, ਠੀਕ ਹੈ ਨਾ, ਸੈਟ ਦੀ ਫਾਰਮ ਵਿੱਚ, ਉਹ ਆਪਾਂ ਕਿਵੇਂ ਡਿਫਾਈਨ ਕਰਾਂਗੇ। ਇੱਧਰ ਪਾਸੇ ਆ ਜਾਓ। ਇਹਨੂੰ ਆਪਾਂ ਕੰਟਰੋਲ, ਆਪਾਂ ਇੱਕ ਨਵਾਂ ਪੇਜ ਲੈ ਲਿਆ, ਵੀ ਹੈਵ ਨਿਊ ਪੇਜ। ਓਕੇ, ਹੁਣ ਇੱਥੇ ਕੀ ਹੈਗਾ ਆਪਣੇ ਕੋਲ ਜਿਹੜਾ ਆਰ ਹੈਗਾ ਉਹ ਆਪਣੇ ਕੋਲ, ਸੌਰੀ, ਜਿਹੜਾ ਆਰ ਹੈਗਾ ਉਹ ਤਾਂ ਆਪਣੇ ਕੋਲ A क्रॉस B ਦਾ सबसेट होएगा, सबसेट ऑफ A क्रॉस B। ਤੇ R इज इक्वल टू की होएगा फिर अपने कोल ऑर्डर पेयर आएगा AB सच दैट ਜਿਹੜਾ ਪਹਿਲਾ ਐਲੀਮੈਂਟ ਹੈਗਾ ਉਹ ਤਾਂ ਬਿਲੋਂਗ ਕਰੇਗਾ A ਦੇ ਵਿੱਚ, ਤੇ ਜਿਹੜਾ ਦੂਸਰਾ ਐਲੀਮੈਂਟ ਹੈਗਾ ਉਹ ਬਿਲੋਂਗ ਕਰੇਗਾ B ਦੇ ਵਿੱਚ। A ਅਤੇ B ਜਿਹੜੇ ਹੈਗੇ ਨੇ ਉਹ ਦੋਨੋਂ ਹੀ ਆਪਣੇ ਕੋਲ ਕੀ ਹੈਗੇ ਨੇ ਨੋਨ ਐਮਪਟੀ ਸੈਟ। ਤੇ ਜੇ ਆਪਣੇ ਕੋਲ A क्रॉस B ਦਾ ਸਬਸੈਟ ਹੈਗਾ ਫਿਰ ਤਾਂ ਤੁਹਾਡੇ ਕੋਲ ਆਰਡਰ ਪੇਅਰ ਆ ਬਣੇਗਾ। ਜੇ ਤੁਹਾਡੇ ਕੋਲ B क्रॉस A ਦਾ ਸਬਸੈਟ ਹੈਗਾ, B क्रॉस A, R is subset of B क्रॉस A, ਤਾਂ ਫਿਰ R is equal to ਕੀ ਹੋਏਗਾ B A such that A belongs to A and B belongs to B। ਇਸ ਦਾ ਮਤਲਬ ਕੀ ਹੋਏਗਾ A ਦਾ ਰਿਲੇਸ਼ਨ B ਦੇ ਨਾਲ ਹੈਗਾ। ਜੇ ਆਪਣੇ ਕੋਲ ਆਰਡਰ ਪੇਅਰ A B R ਦੇ ਵਿੱਚ ਬਿਲੋਂਗ ਕਰਦਾ ਹੈ, ਇਸ ਦਾ ਮਤਲਬ ਇਹ ਹੁੰਦਾ ਹੈ ਦਿਸ ਇੰਪਲਾਈਜ਼
A is related to B। ਨੋਟ ਕਰ ਲਿਓ ਇਹ ਚੀਜ਼ਾਂ ਨਾ, ਤੁਹਾਡੀ ਬੁੱਕ ਦੀ ਸੇ ਜ਼ਿਆਦਾ ਐਕਸਪਲੇਨ ਨਹੀਂ ਕੀਤਾ ਹੋਇਆ, ਮੈਂ ਥੋੜਾ ਤੁਹਾਨੂੰ ਹੋਰ ਵੀ ਦੱਸਣਾ ਤੇ ਇਹ ਵੀ ਨੋਟੇਸ਼ਨ ਤੁਹਾਨੂੰ ਕੰਮ ਆਣਗੇ। ਤੇ ਜੇ ਆਪਣੇ ਕੋਲ A B R ਦੇ ਵਿੱਚ ਨਹੀਂ ਬਿਲੋਂਗ ਕਰਦਾ, ਇਸ ਦਾ ਮਤਲਬ A ਨੋਟ ਰਿਲੇਟਡ ਟੂ B ਆ ਆਪਣੇ ਕੋਲ ਹੋ ਜਾਏਗਾ। ਡੋਮੇਨ ਐਂਡ ਰੇਂਜ, ਰੇਂਜ ਕੀ ਹੁੰਦੀ ਹੈ, ਡੋਮੇਨ ਕੀ ਹੁੰਦੀ ਹੈ, ਕੋਡੋਮੇਨ ਕੀ ਹੁੰਦੀ ਹੈ, ਠੀਕ ਹੈ ਨਾ। ਡੋਮੇਨ ਆਫ ਆਰ ਜੇ ਆਪਾਂ ਲਿਖਣਾ ਹੋਵੇ, ਡੋਮੇਨ ਆਫ ਆਰ, ਡੋਮੇਨ ਆਫ ਆਰ, ਓਕੇ, ਕੀ ਹੋਏਗੀ, ਇਜ਼ ਇਕੁਅਲ ਟੂ ਜਿੰਨੇ ਵੀ ਤੁਹਾਡੇ ਕੋਲ ਆਰਡਰ ਪੇਅਰ ਬਣਦੇ ਨੇ ਰਿਲੇਸ਼ਨ ਦੇ ਵਿੱਚ, ਹੈ ਨਾ, ਉਹਨਾਂ ਦੇ ਜਿਹੜੇ ਫਸਟ ਐਲੀਮੈਂਟ ਜਿਹੜੇ ਹੋਣਗੇ, ਉਹਨਾਂ ਦਾ ਜਿਹੜਾ ਸੈੱਟ ਹੋਏਗਾ ਉਹ ਆਪਣੇ ਕੋਲ ਡੋਮੇਨ ਹੋਏਗਾ, ਓਨਲੀ ਫਸਟ ਐਲੀਮੈਂਟ। ਡੋਮੇਨ ਆਫ ਆਰ ਇਜ਼ ਇਕੁਅਲ ਟੂ A ਸਚ ਦੇਟ ਕੀ ਹੋਏਗਾ ਆਪਣੇ ਕੋਲ, ਆਰਡਰ ਪੇਅਰ A B ਬਿਲੋਂਗਸ ਟੂ R। ਇਸ ਦਾ ਮਤਲਬ ਕੀ ਹੈਗਾ ਕਿ R ਦੇ ਵਿੱਚ ਜਿੰਨੇ ਵੀ ਤੁਹਾਡੇ ਕੋਲ ਆਰਡਰ ਪੇਅਰ ਹੈਗੇ ਨੇ, ਉਹਨਾਂ ਦਾ ਜਿਹੜਾ ਫਸਟ ਐਲੀਮੈਂਟ ਦਾ ਜਿਹੜਾ ਸੈੱਟ ਬਣੇਗਾ ਉਹ ਤਾਂ ਹੋਏਗਾ ਡੋਮੇਨ। ਤੇ ਜੇ ਤੁਸੀਂ ਰੇਂਜ ਲਿਖਣਾ ਹੋਵੇ, ਰੇਂਜ ਆਫ R, ਰੇਂਜ ਆਫ R, ਤਾਂ ਉਹਦੇ ਵਿੱਚ ਕੀ ਹੋਏਗਾ ਕਿ ਜਦੋਂ ਰੇਂਜ ਲਿਖਣੀ ਹੋਵੇ ਉਸ ਕੇਸ ਦੇ ਵਿੱਚ ਰਿਲੇਸ਼ਨ ਦੇ ਵਿੱਚ ਜਿੰਨੇ ਵੀ ਆਰਡਰ ਪੇਅਰ ਹੈਗੇ ਨੇ ਉਹਨਾਂ ਦਾ ਤੁਸੀਂ ਸੈਕੰਡ ਐਲੀਮੈਂਟ ਲੈਣਾ ਹੈ। ਸੈਕੰਡ ਐਲੀਮੈਂਟ ਮਤਲਬ B ਆਏਗਾ, such that A B belongs to R, ਓਕੇ। ਤੇ ਇਹ ਤਾਂ ਹੋਈ ਆਪਣੇ ਕੋਲ ਡੋਮੇਨ ਅਤੇ ਰੇਂਜ। ਹੁਣ ਇੱਥੇ ਆਪਣੇ ਕੋਲ ਡੈਫੀਨੇਸ਼ਨ ਜਿਹੜੀ ਹੈਗੀ ਤੁਹਾਡੇ ਬੁੱਕ ਦੇ ਵਿੱਚ, ਕਿਉਂਕਿ ਪਹਿਲਾਂ ਮੈਂ ਮੇਰੀ ਐਗਜ਼ਾਮਪਲ ਦੇਣਾ, ਉਸ ਤੋਂ ਬਾਅਦ ਆਪਾਂ ਡੈਫੀਨੇਸ਼ਨ ਦੀ ਗੱਲ ਕਰਨੇ ਆ, ਹਨਾ। ਆ ਦੇਖੋ ਹੁਣ ਇੱਥੇ ਕੀ ਕਹਿੰਦਾ ਹੈ, ਡੈਫੀਨੇਸ਼ਨ ਨੰਬਰ 3 ਤੁਹਾਡੀ ਬੁੱਕ ਹੈਗੀ ਹੈ, the set of all first element of the order pairs in relation R from the set A to the set B is called domain of the relation। ਜਿਹੜਾ ਰਿਲੇਸ਼ਨ ਬਣੇਗਾ ਉਸ ਜਿੰਨੇ ਵੀ ਆਰਡਰ ਪੇਅਰ ਆਉਂਦੇ ਨੇ ਉਹਨਾਂ ਸਾਰਿਆਂ ਦਾ ਪਹਿਲਾ ਐਲੀਮੈਂਟ, ਠੀਕ ਹੈ ਨਾ, ਆ ਪਹਿਲਾ ਐਲੀਮੈਂਟ ਹੈਗਾ, ਆ ਦੂਜਾ ਐਲੀਮੈਂਟ ਹੈਗਾ। ਤਾਂ ਪਹਿਲੇ ਐਲੀਮੈਂਟ ਦਾ ਜਿਹੜਾ ਸੈੱਟ ਹੋਏਗਾ, set of only first element of each order pair is domain of R। ਐਵੇਂ ਹੀ ਡੈਫੀਨੇਸ਼ਨ 4 ਦੇ ਵਿੱਚ ਆਪਾਂ ਚਲੀਏ, ਕੀ ਕਹਿੰਦਾ ਹੈ, ਸੈਕੰਡ ਐਲੀਮੈਂਟ ਆਫ ਰਿਲੇਸ਼ਨ ਆਫ R from A to B is called range of the relation R, ਠੀਕ ਹੈ ਨਾ। ਤਾਂ ਜੋ ਆਪਣੇ ਕੋਲ R ਜਿਹੜਾ ਰਿਲੇਸ਼ਨ ਬਣਦਾ ਹੈ ਉਸ ਦੇ ਵਿੱਚ ਸੈਕੰਡ ਆਰਡਰ ਪੇਅਰ ਜਿਹੜਾ ਹੋਏਗਾ that will be range, ਉਹਨਾਂ ਦਾ ਜਿਹੜਾ ਸੈੱਟ ਹੋਏਗਾ। ਉਸ ਤੋਂ ਬਾਅਦ ਨੋਟ ਕੀ ਕਹਿੰਦਾ ਹੈ, ਇਹ ਆਪਣੇ ਕੋਲ ਜਿਹੜੀ ਕੋਡੋਮੇਨ ਹੈਗੀ ਹੈ, ਕੋਡੋਮੇਨ ਕੀ ਹੋਏਗਾ, ਦਾ ਕੋਡੋਮੇਨ ਹੋਲ ਸੈਟ B, ਜਿਹੜਾ B ਸੈਟ ਆਪਣਾ ਬਣਦਾ ਹੈ ਉਸ ਦੇ ਵਿੱਚ ਜਿੰਨੇ ਵੀ ਐਲੀਮੈਂਟ ਹੈਗੇ ਨੇ ਨੋਨ ਐਜ਼ ਕੋਡੋਮੇਨ। ਤੇ ਜੋ ਰੇਂਜ ਆਫ R ਹੈਗੀ ਹੈ that will be always subset of codomain, ਉਹ ਆਪਣੇ ਕੋਲ ਕੋਡੋਮੇਨ ਦਾ ਕੀ ਹੋਏਗਾ, ਸਬਸੈਟ ਹੋਏਗਾ। ਕੋਡੋਮੇਨ ਦਾ ਮਤਲਬ ਬੇਟਾ ਆ ਹੈ, ਇਹ ਜਿਹੜਾ ਤੁਸੀਂ ਦੋ ਸੈੱਟ ਲਓਗੇ ਨਾ, ਜਿਵੇਂ ਆਪਾਂ ਆ ਦੋ ਸੈੱਟ ਲੈ ਲਏ ਤਾਂ ਆ ਹੋ ਗਿਆ ਤੇ ਦੂਸਰਾ ਆ ਹੋ ਗਿਆ, ਹੈ ਨਾ, ਇੱਕ A ਹੋ ਗਿਆ ਦੂਸਰਾ B ਹੋ ਗਿਆ, ਦਿਸ ਇਜ਼ A ਦਿਸ ਇਜ਼ B। ਤਾਂ B ਦੇ ਵਿੱਚ ਜਿੰਨੇ ਵੀ ਐਲੀਮੈਂਟ ਹੈਗੇ ਨੇ ਆ ਸਾਰੀ ਕੀ ਹੋਏਗੀ, ਕੋਡੋਮੇਨ ਹੋਏਗੀ, ਜਿੰਨੇ ਵੀ ਐਲੀਮੈਂਟ ਇਸ ਦੇ ਵਿੱਚ ਆਉਂਦੇ ਨੇ ਕੋਡੋਮੇਨ। ਤੇ ਇਸ ਦਾ ਜਿਹੜਾ ਸਬਸੈਟ ਹੋਏਗਾ, ਜਿਨ੍ਹਾਂ ਦਾ ਰਿਲੇਸ਼ਨ ਬਣੇਗਾ, ਹੁਣ ਜਿਹੜਾ ਰਿਲੇਸ਼ਨ ਹੋਏਗਾ ਉਹ ਸਾਰਿਆਂ ਦੇ ਨਾਲ ਹੀ ਹੋਏਗਾ, ਕੁਝ ਐਲੀਮੈਂਟ ਦੇ ਨਾਲ ਹੋਏਗਾ, ਜਿਨ੍ਹਾਂ ਦੇ ਨਾਲ ਹੋਏਗਾ ਉਹ ਜਿਹੜਾ ਹੈਗਾ ਉਹ ਆਪਣੇ ਕੋਲ R ਬਣੇਗਾ। ਤੇ ਜਿਹੜਾ R ਹੈਗਾ that is subset of range of R, range of R ਜਿਹੜਾ ਹੋਏਗਾ ਉਹ ਆਪਣੇ ਕੋਲ ਸਬਸੈਟ ਹੋਏਗਾ ਇਸ ਦਾ B ਦਾ, B ਸੈਟ ਦਾ, ਜਾਂ
ਕੋਡੋਮੇਨ ਦਾ ਇੱਕੋ ਗੱਲ ਹੈਗੀ ਹੈ। ਬੀ ਸੈਟ ਦੇ ਵਿੱਚ ਜਿੰਨੇ ਵੀ ਐਲੀਮੈਂਟ ਹੈਗੇ ਨੇ ਸਾਰੇ ਕੋਡੋਮੇਨ ਹੀ ਬਣਦੀ ਹੈ। ਤਾਂ ਇਹ ਕੀ ਹੈ ਕਿ ਆਪਾਂ ਹੁਣ ਇੱਥੇ ਸਿਰਫ ਆਪਾਂ ਕੰਸੈਪਟ ਡਿਸਕਸ ਕੀਤਾ ਹੈ।